सत श्री अकाल जी। मैं डॉक्टर मनदीप कौर, पंजाबी विभाग, हंसराज महिला महाविद्यालय जलंधर। भाषा ਅਤੇ ਉਪਭਾਸ਼ਾ ਵਾਲਾ ਟੌਪਿਕ BA, BSc, BCom, BBA ਪ੍ਰੋਫੈਸ਼ਨਲ ਕਲਾਸਿਸ ਸਮੈਸਟਰ ਫਸਟ ਦੇ ਵਿੱਚ ਸਿਲੇਬਸ ਦਾ ਹਿੱਸਾ ਹੈ ਅਤੇ ਅੱਜ ਅਸੀਂ ਭਾਸ਼ਾ ਅਤੇ ਉਪਭਾਸ਼ਾ ਦੇ ਅੰਤਰ ਸੰਬੰਧ ਬਾਰੇ ਗੱਲਬਾਤ ਕਰਾਂਗੇ। ਭਾਸ਼ਾ ਉਪਭਾਸ਼ਾ ਟੌਪਿਕ ਨੂੰ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਭਾਸ਼ਾ ਕਿਹਨੂੰ ਕਹਿੰਦੇ। ਅਗਰ ਇੱਕ ਲਾਈਨ ਦੇ ਵਿੱਚ ਕਹਿਣਾ ਹੋਵੇ ਤਾਂ ਭਾਸ਼ਾ ਸੰਚਾਰ ਦਾ ਸਾਧਨ ਹੈ। ਭਾਸ਼ਾ ਕੀ ਆ? ਵਿਚਾਰਾਂ ਨੂੰ ਪ੍ਰਗਟ ਕਰਨ ਦੇ ਲਈ ਕੁਝ ਧੁਨੀਆਂ ਨੇ ਜੋ ਸਾਡੇ ਧੁਨੀ ਯੰਤਰ ਦੇ ਵਿੱਚੋਂ ਮੂੰਹ ਦੇ ਵਿੱਚੋਂ ਨਿਕਲਦੀਆਂ ਨੇ ਔਰ ਇਹਨਾਂ ਧੁਨੀਆਂ ਦੇ ਸਮੂਹ ਦੇ ਕੁਝ ਨਿਸ਼ਚਿਤ ਅਰਥ ਹੁੰਦੇ ਆ। ਇਹ ਜੋ ਧੁਨੀਆਂ ਦਾ ਸਮੂਹ ਆ ਇਹਨਾਂ ਦੇ ਨਿਸ਼ਚਿਤ ਅਰਥ ਹੁੰਦੇ ਆ ਅਤੇ ਇਸ ਦੇ ਰਾਹੀਂ ਭਾਸ਼ਾ ਮਨੁੱਖੀ ਸੰਚਾਰ ਦਾ ਅਤ ਵਿਕਸਿਤ ਸਾਧਨ ਬਣਦੀ ਆ, ਮਾਧਿਅਮ ਬਣਦੀ ਆ। ਸੋ ਭਾਸ਼ਾ ਕੀ ਆ? ਸੰਚਾਰ ਦਾ ਸਾਧਨ ਹੈ। ਇਹ ਸੰਚਾਰ ਲਿਖਤੀ ਵੀ ਹੋ ਸਕਦਾ, ਮੌਖਿਕ ਵੀ ਹੋ ਸਕਦਾ, ਇਸ਼ਾਰਿਆਂ ਸੰਕੇਤਾਂ ਰਾਹੀਂ ਵੀ ਹੋ ਸਕਦਾ ਅਤੇ ਹਰ ਇਲਾਕੇ ਦੀ ਆਪਣੀ ਇੱਕ ਭਾਸ਼ਾ ਹੁੰਦੀ ਹੈ। ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਉਹ ਅਪਣਾਈ ਗਈ ਹੈ, ਜਿਹਨੂੰ ਰਾਜ ਭਾਸ਼ਾ ਦਾ ਦਰਜਾ ਮਿਲਿਆ ਹੋਇਆ। ਦੂਸਰਾ ਹੈ ਜੀ ਉਪਭਾਸ਼ਾ। ਉਪਭਾਸ਼ਾ ਕੀ ਹੈ? ਹਰ ਇਲਾਕੇ ਰਾਜ ਦੀ ਆਪਣੀ ਆਪਣੀ ਭਾਸ਼ਾ ਹੁੰਦੀ ਆ ਅਤੇ ਇਹਨਾਂ ਭਾਸ਼ਾਵਾਂ ਦੇ ਵਿੱਚ ਸਥਾਨਕ ਪੱਧਰ ਦੇ ਉੱਤੇ ਕਈ ਵਾਰ ਕੁਛ ਪਰਿਵਰਤਨ ਆ ਜਾਂਦੇ ਆ ਜੋ ਕਿ ਭਾਸ਼ਾ ਦਾ ਵੱਖਰਾ ਰੂਪ ਪੈਦਾ ਕਰਦੇ ਆ। ਉਦਾਹਰਨ ਵਜੋਂ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਹੈਗੀ ਆ, ਪਰ ਇਲਾਕਿਆਂ ਦੇ ਆਧਾਰ ਦੇ ਉੱਤੇ, ਖੇਤਰਾਂ ਦੇ ਆਧਾਰ ਦੇ ਉੱਤੇ ਭਾਸ਼ਾਵਾਂ ਦੇ ਵਿੱਚ ਹਲਕੇ ਹਲਕੇ ਕੁਛ ਅੰਤਰ ਵੇਖਣ ਨੂੰ ਮਿਲਦੇ ਆ ਜਿਹਨੂੰ ਅਸੀਂ ਉਪਭਾਸ਼ਾ ਕਹਿੰਦੇ ਹਾਂ। ਉਦਾਹਰਨ ਵਜੋਂ ਮਾਝਾ, ਮਾਲਵਾ, ਦੁਆਬਾ, ਇਹ ਜਿਹੜੇ ਵੱਖਰੇ ਵੱਖਰੇ ਖੇਤਰ ਆ ਇਹਨਾਂ ਦੇ ਵਿੱਚ ਭਾਸ਼ਾ ਦੇ ਪੱਧਰ ਦੇ ਉੱਤੇ ਕੁਛ ਪਰਿਵਰਤਨ ਸਾਨੂੰ ਵੇਖਣ ਨੂੰ ਮਿਲਦੇ ਆ ਅਤੇ ਉਹਨਾਂ ਨੂੰ ਅਸੀਂ ਉਪਭਾਸ਼ਾਵਾਂ ਕਹਿੰਦੇ ਹਾਂ। ਅੰਮ੍ਰਿਤਸਰ, ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਜਿਹੜੀ ਭਾਸ਼ਾ ਬੋਲੀ ਜਾਂਦੀ ਆ ਉਹਨੂੰ ਅਸੀਂ ਉਪਭਾਸ਼ਾ ਆਖਾਂਗੇ। ਇਸੇ ਤਰ੍ਹਾਂ ਜਲੰਧਰ ਵਾਲੇ ਏਰੀਏ ਦੇ ਵਿੱਚ ਜੋ ਬੋਲੀ ਜਾਂਦੀ ਆ ਉਹਨੂੰ ਅਸੀਂ ਦੁਆਬੀ ਉਪਭਾਸ਼ਾ ਆਖਾਂਗੇ। ਇਹ ਪੰਜਾਬੀ ਦੀਆਂ ਹੀ ਵੱਖਰੀਆਂ ਵੱਖਰੀਆਂ ਉਪਭਾਸ਼ਾਵਾਂ ਹੈਗੀਆਂ ਨੇ। ਹੁਣ ਅਸੀਂ ਕਰਦੇ ਹਾਂ ਜੀ ਉਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲੀ ਗੱਲ, ਉਪਭਾਸ਼ਾ ਸਮਾਜਿਕ ਤੌਰ 'ਤੇ ਇੱਕ ਸੀਮਤ ਦਾਇਰੇ ਵਿੱਚ ਬੋਲੀ ਜਾਂਦੀ ਹੈ। ਜਿਵੇਂ ਕਿ ਮੈਂ ਹੁਣੇ ਦੱਸਿਆ ਕਿ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਪੰਜਾਬੀ ਲਿਖੀ ਵੀ ਜਾਂਦੀ ਹੈ ਔਰ ਪੂਰੇ ਪੰਜਾਬ ਦੇ ਵਿੱਚੋਂ ਕੁਛ ਸਥਾਨਕ ਪੱਧਰ ਦੇ ਉੱਤੇ ਕੁਛ ਭਾਸ਼ਾਵਾਂ ਬੋਲੀਆਂ ਜਾਂਦੀਆਂ। ਲੋਕਲ ਲੈਵਲ ਦੇ ਉੱਤੇ, ਸਥਾਨਕ ਪੱਧਰ ਦੇ ਉੱਤੇ ਜਿਹੜੀ ਭਾਸ਼ਾ ਬੋਲੀ ਜਾਂਦੀ ਆ ਉਹ ਉਪਭਾਸ਼ਾ ਹੁੰਦੀ ਆ ਔਰ ਇਹਦਾ ਦਾਇਰਾ ਭਾਸ਼ਾ ਦੇ ਮੁਕਾਬਲੇ ਸੀਮਤ ਹੁੰਦਾ। ਫਾਰ ਐਗਜ਼ਾਮਪਲ, ਅਗਰ ਕੋਈ ਉਪਭਾਸ਼ਾ, ਅਗਰ ਮਾਝੀ ਦੀ ਗੱਲ ਕਰਾਂ ਤਾਂ ਅੰਮ੍ਰਿਤਸਰ, ਗੁਰਦਾਸਪੁਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਆ, ਠੀਕ ਹੈ, ਪਰ ਪੂਰੇ ਪੰਜਾਬ ਦੇ ਵਿੱਚ ਮਾਝੀ ਨਹੀਂ ਬੋਲੀ ਜਾਂਦੀ। ਉਹ ਪਰਟੀਕੂਲਰ ਏਰੀਆ ਹੈਗਾ, ਸਥਾਨਕ ਪੱਧਰ ਦੇ ਉੱਤੇ, ਲੋਕਲ ਪੱਧਰ ਦੇ ਉੱਤੇ ਉਸ ਉਪਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਉਪਭਾਸ਼ਾ ਸੀਮਤ ਦਾਇਰੇ ਵਿੱਚ ਬੋਲੀ ਜਾਂਦੀ ਹੈ। ਅੱਗੇ ਹੈ ਜੀ, ਇੱਕੋ ਭਾਸ਼ਾ ਦੀਆਂ ਵੱਖ-ਵੱਖ ਉਪਭਾਸ਼ਾਵਾਂ ਵਿੱਚ ਫਰਕ ਹੁੰਦਾ ਹੈ, ਪਰ ਅਜਿਹੀਆਂ ਉਪਭਾਸ਼ਾਵਾਂ ਬੋਲਣ ਵਾਲੇ ਸਾਰੇ ਲੋਕ ਆਪਸ ਵਿੱਚ ਇੱਕ ਦੂਜੇ ਦੀ ਭਾਸ਼ਾ ਨੂੰ ਸਮਝਦੇ ਹਨ। ਜਿਵੇਂ ਉਪਭਾਸ਼ਾਵਾਂ ਦੇ ਵਿੱਚ ਬੇਸ਼ੱਕ ਫਰਕ ਹੈਗਾ, ਮਾਝੀ, ਮਲਵਈ, ਦੁਆਬੀ, ਇਹਨਾਂ ਉਪਭਾਸ਼ਾਵਾਂ ਦੇ ਵਿੱਚ ਫਰਕ ਹੈਗਾ, ਪਰ ਇਹਨਾਂ ਦੇ ਵਿੱਚ ਇੰਨਾ ਜ਼ਿਆਦਾ ਫਰਕ ਨਹੀਂ ਹੈਗਾ ਕਿ ਅਸੀਂ ਇੱਕ ਦੂਸਰੇ ਨੂੰ ਸਮਝ ਨਾ ਸਕੀਏ। ਇਹਨਾਂ ਉਪਭਾਸ਼ਾਵਾਂ ਨੂੰ ਬੋਲਣ ਵਾਲੇ ਬੁਲਾਰੇ ਇੱਕ ਦੂਜੇ ਦੀ ਭਾਸ਼ਾ ਨੂੰ ਸਮਝਦੇ ਆ। ਅਗਰ ਮਾਝੇ ਦੇ ਲੋਕ ਦੁਆਬੇ ਵਾਲੇ ਪਾਸੇ ਆ ਕੇ ਗੱਲਬਾਤ ਕਰਦੇ ਆ, ਅਗਰ ਅੰਮ੍ਰਿਤਸਰੋਂ ਕੋਈ ਆਉਂਦਾ ਆ ਦੁਆਬੇ ਜਲੰਧਰ ਵਾਲੇ ਪਾਸੇ ਆ ਕੇ ਗੱਲਬਾਤ ਕਰੇ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਤਾਂ ਮਾਝੇ ਦੇ ਹੋ, ਸਾਨੂੰ ਤਾਂ ਸਮਝ ਹੀ ਨਹੀਂ ਲੱਗ ਰਹੀ ਤੁਸੀਂ ਕੀ ਕਹਿ ਰਹੇ ਹੋ। ਨਹੀਂ, ਭਾਸ਼ਾ ਦੀਆਂ ਉਪਭਾਸ਼ਾਵਾਂ ਜਿਹੜੀਆਂ ਹੁੰਦੀਆਂ ਆ, ਕਿਉਂਕਿ ਇਹਨਾਂ ਦੀਆਂ ਰੂਟਸ ਸੇਮ ਆ, ਇਹਨਾਂ ਦੀਆਂ ਜੜ੍ਹਾਂ ਇੱਕੋ ਜਿਹੀਆਂ ਨੇ, ਸਾਰੀਆਂ ਪੰਜਾਬੀ ਵਿੱਚੋਂ ਹੀ ਨਿਕਲੀਆਂ ਨੇ, ਥੋੜ੍ਹਾ ਬਹੁਤਾ ਫਰਕ ਹੈਗਾ, ਪਰ ਇਹਨਾਂ ਨੂੰ ਬੋਲਣ ਵਾਲੇ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਆ। ਅੱਗੇ ਹੈ ਜੀ, ਉਪਭਾਸ਼ਾਵਾਂ ਵਿੱਚ ਪੁਰਾਣੇ ਸ਼ਬਦ ਰੂਪਾਂ ਨੂੰ ਸੰਭਾਲਿਆ ਹੁੰਦਾ ਹੈ। ਹੁਣ ਜਿਹੜੀਆਂ ਉਪਭਾਸ਼ਾਵਾਂ ਨੇ ਉਹਨਾਂ ਦੇ ਵਿੱਚ ਜਿਹੜੇ ਪੁਰਾਣੇ ਸ਼ਬਦ ਰੂਪ ਆ ਉਹ ਅਸਲ ਵਿੱਚ ਉਪਭਾਸ਼ਾਵਾਂ ਨੇ ਸੰਭਾਲੇ ਹੋਏ ਆ। ਭਾਸ਼ਾ ਦੇ ਵਿੱਚ ਲਿਖਤੀ ਪੱਧਰ ਦੇ ਉੱਤੇ ਉਹਨਾਂ ਸ਼ਬਦਾਂ ਦੀ ਕਿਤੇ ਨਾ ਕਿਤੇ ਵਿਸਾਰ ਦਿੱਤਾ ਗਿਆ ਉਹਨਾਂ ਸ਼ਬਦਾਂ ਨੂੰ। ਉਦਾਹਰਨ ਵਜੋਂ ਜਿਹੜੇ ਪੁਰਾਣੇ ਲੋਕ ਨੇ, ਜਿਹੜੇ ਪਿੰਡਾਂ ਦੇ ਲੋਕ ਨੇ, ਜਿਹੜੇ ਉਪਭਾਸ਼ਾਵਾਂ ਨੂੰ, ਠੇਠ ਬੋਲੀਆਂ ਨੂੰ ਬੋਲਦੇ ਨੇ, ਉਹਨਾਂ ਨੇ ਇਹਨਾਂ ਸ਼ਬਦ ਰੂਪਾਂ ਨੂੰ ਸੰਭਾਲਿਆ ਹੋਇਆ। ਜਿਵੇਂ ਪਿਆਜ਼ ਨੂੰ ਗੰਢਾ ਕਹਿ ਲਿਆ ਜਾਂਦਾ, ਦਰਵਾਜ਼ੇ ਨੂੰ ਬੂਹਾ ਕਹਿ ਲਿਆ ਜਾਂਦਾ, ਇਹ ਜਿਹੜੇ ਸ਼ਬਦ ਨੇ ਪੁਰਾਣੇ ਲੋਕਾਂ ਨੇ ਸਾਂਭੇ ਹੋਏ ਆ ਜਾਂ ਉਪਭਾਸ਼ਾਵਾਂ ਦੇ ਵਿੱਚ ਸਾਂਭੇ ਹੋਏ ਆ, ਜਿਹੜੇ ਠੇਠ ਬੋਲੀਆਂ ਉਪਭਾਸ਼ਾਵਾਂ ਨੂੰ ਬੋਲਦੇ ਆ।
ਉਪਭਾਸ਼ਾ ਵਿੱਚੋਂ ਉਸ ਇਲਾਕੇ ਦੇ ਪੁਰਾਤਨ ਇਤਿਹਾਸ, ਲੋਕ ਸਾਹਿਤ ਅਤੇ ਸੱਭਿਆਚਾਰ ਦੀ ਜਾਣਕਾਰੀ ਮਿਲਦੀ ਹੈ। ਕਿਸੇ ਵੀ ਉਪਭਾਸ਼ਾ ਨੂੰ ਬੋਲਦੇ ਹਾਂ ਤਾਂ ਸਿਰਫ ਉਸ ਭਾਸ਼ਾ ਜਾਂ ਉਸ ਬੋਲੀ ਬਾਰੇ ਹੀ ਨਹੀਂ ਪਤਾ ਚੱਲਦਾ, ਸਗੋਂ ਉਸ ਪਰਟੀਕੂਲਰ ਏਰੀਆ ਦੇ, ਉਸ ਖਾਸ ਖੇਤਰ ਦੇ ਇਤਿਹਾਸ ਬਾਰੇ, ਉੱਥੋਂ ਦੇ ਲੋਕ ਸਾਹਿਤ ਬਾਰੇ, ਉੱਥੋਂ ਦੇ ਸੱਭਿਆਚਾਰ ਬਾਰੇ ਵੀ ਸਾਨੂੰ ਜਾਣਕਾਰੀ ਮਿਲਦੀ ਹੈ। ਜੇ ਕੋਈ ਬੱਚਾ ਪੰਜਾਬੀ ਪੜ੍ਹਦਾ ਹੈ ਤਾਂ ਉਹਨੂੰ ਪੰਜਾਬ ਨਾਲ ਜੁੜੇ ਇਤਿਹਾਸ ਬਾਰੇ, ਸੱਭਿਆਚਾਰ ਬਾਰੇ, ਧਰਮ ਬਾਰੇ, ਲੋਕ ਸਾਹਿਤ ਬਾਰੇ ਪਤਾ ਲੱਗਦਾ ਹੈ। ਉਦਾਹਰਨ ਵਜੋਂ ਜਦੋਂ ਲੇਡੀਜ਼ ਸੰਗੀਤ ਹੁੰਦਾ ਅਤੇ ਕਿਸੇ ਦੂਸਰੇ ਇਲਾਕੇ ਦੀ ਕਿਸੇ ਦੂਸਰੇ ਇਲਾਕੇ ਵਿੱਚ ਜਦੋਂ ਕੁੜੀ ਵਿਆਹੀ ਜਾਂਦੀ ਤਾਂ ਉਹਨੂੰ ਕਿਹਾ ਜਾਂਦਾ ਕਿ ਤੂੰ ਆਪਣੇ ਇਲਾਕੇ ਦਾ ਕੋਈ ਗਾਣਾ ਸੁਣਾ, ਆਪਣੇ ਇਲਾਕੇ ਦਾ ਕੋਈ ਸੁਹਾਗ, ਕੋਈ ਲੋਕ ਗੀਤ ਸੁਣਾ। ਸੋ ਇਹਦਾ ਮਤਲਬ ਹੈ ਕਿ ਉਹ ਜਿਹੜੀ ਉਪਭਾਸ਼ਾ ਹੈ ਉਹ ਕਿਸੇ ਖਾਸ ਇਲਾਕੇ ਦੇ ਲੋਕ ਸਾਹਿਤ ਬਾਰੇ, ਲੋਕ ਸੱਭਿਆਚਾਰ ਬਾਰੇ, ਇਤਿਹਾਸ ਬਾਰੇ ਇੱਕ ਜਾਣਕਾਰੀ ਸਾਨੂੰ ਉਸ ਭਾਸ਼ਾ ਦੇ ਉਪਭਾਸ਼ਾ ਦੇ ਜ਼ਰੀਏ ਮਿਲਦੀ ਹੈ। ਉਪਭਾਸ਼ਾ ਸੰਬੰਧਿਤ ਟਕਸਾਲੀ ਭਾਸ਼ਾ ਦੀ ਉਨਤੀ ਵਿੱਚ ਅਨੇਕ ਸ਼ਬਦਾਂ ਦਾ ਯੋਗਦਾਨ ਪਾ ਸਕਦੀ ਹੈ। ਇਸ ਲਈ ਟਕਸਾਲੀ ਭਾਸ਼ਾ ਦੇ ਵਿਕਾਸ ਵਿੱਚ ਉਪਭਾਸ਼ਾ ਵੀ ਇੱਕ ਅਹਿਮ ਰੋਲ ਅਦਾ ਕਰਦੀ ਹੈ। ਕਹਿਣ ਦਾ ਮਤਲਬ ਕਿ ਉਪਭਾਸ਼ਾ ਦੇ ਕੁਛ ਇਹੋ ਜਿਹੇ ਸ਼ਬਦ ਹੁੰਦੇ ਆ ਜਿਹੜੇ ਟਕਸਾਲੀ ਭਾਸ਼ਾ ਦੇ ਵਿੱਚ ਵੀ ਵਰਤੇ ਜਾਂਦੇ ਆ। ਕੋਈ ਉਪਭਾਸ਼ਾ ਹੌਲੀ ਹੌਲੀ ਵਿਕਾਸ ਜਦੋਂ ਕਰਦੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਟਕਸਾਲੀ ਵੀ ਬਣਦੀ ਜਾਂਦੀ ਹੈ। ਸੋ ਟਕਸਾਲੀ ਭਾਸ਼ਾ ਦੇ ਵਿਕਾਸ ਵਿੱਚ ਉਪਭਾਸ਼ਾ ਦਾ ਵੀ ਅਹਿਮ ਯੋਗਦਾਨ ਹੈਗਾ। ਉਹਦੇ ਸ਼ਬਦਾਂ ਨੂੰ, ਉਹਨੂੰ ਅਸੀਂ ਵਰਤਦੇ ਹਾਂ ਟਕਸਾਲੀ ਭਾਸ਼ਾ ਦੇ ਵਿੱਚ ਵੀ। ਟਕਸਾਲੀ ਭਾਸ਼ਾ ਅਤੇ ਉਪਭਾਸ਼ਾ ਦਾ ਆਪਸ ਦੇ ਵਿੱਚ ਸੰਬੰਧ ਬਹੁਤ ਗਹਿਰਾ ਹੈ। ਅੱਗੇ ਹੈ ਜੀ ਭਾਸ਼ਾ ਅਤੇ ਉਪਭਾਸ਼ਾ ਦੇ ਵਿੱਚ ਸਮਾਨਤਾਵਾਂ ਕੀ ਆ, ਸਿਮਿਲੈਰਿਟੀਜ਼ ਕੀ ਆ। ਸਭ ਤੋਂ ਪਹਿਲੀ ਚੀਜ਼, ਭਾਸ਼ਾ ਅਤੇ ਉਪਭਾਸ਼ਾ ਦੋਵੇਂ ਇੱਕੋ ਭਾਸ਼ਾ ਪਰਿਵਾਰ ਦੇ ਨਾਲ ਸੰਬੰਧ ਰੱਖਦੀਆਂ ਨੇ। ਜਿਵੇਂ ਪੰਜਾਬ ਹੈਗਾ, ਪੰਜਾਬੀ ਬੋਲੀ ਜਾਂਦੀ ਆ, ਉਪਭਾਸ਼ਾ ਦੇ ਵਿੱਚ ਮਾਝੀ, ਮਲਵਈ, ਦੁਆਬੀ, ਪੁਆਧੀ ਜਿਹੜੀਆਂ ਭਾਸ਼ਾਵਾਂ ਨੇ ਇਹ ਹੈ ਤਾਂ ਪੰਜਾਬੀ 'ਚੋਂ ਹੀ ਨਿਕਲੀਆਂ ਹੋਈਆਂ, ਇਹਦੀਆਂ ਜੜ੍ਹਾਂ ਉਹੀ ਨੇ, ਪੰਜਾਬੀ 'ਚੋਂ ਨਿਕਲੀਆਂ ਹੋਈਆਂ ਨੇ। ਇਸ ਲਈ ਇਹ ਇੱਕ ਹੀ ਭਾਸ਼ਾ ਪਰਿਵਾਰ ਦੇ ਨਾਲ ਸੰਬੰਧ ਰੱਖਦੀਆਂ ਨੇ, ਇੱਕੋ ਹੀ ਫੈਮਿਲੀ ਦੇ ਨਾਲ ਸੰਬੰਧ ਰੱਖਦੀਆਂ ਨੇ। ਨੈਕਸਟ ਪੁਆਇੰਟ ਹੈ ਦੋਵਾਂ ਦੀਆਂ ਧੁਨੀਆਂ, ਭਾਵੰਸ਼, ਸ਼ਬਦ, ਵਧੇਤਰ ਆਦਿ ਸਾਂਝੇ ਹੋ ਸਕਦੇ ਆ। ਉਪਭਾਸ਼ਾ ਦੇ ਵਿੱਚ ਵੀ ਉਹੋ ਹੀ 35 ਅੱਖਰੀ ਅਸੀਂ ਵਰਤਦੇ ਹਾਂ ਅਤੇ ਭਾਸ਼ਾ ਦੇ ਵਿੱਚ ਵੀ ਉਹੀ 35 ਅੱਖਰੀ ਦੀਆਂ ਧੁਨੀਆਂ ਜਿਹੜੀਆਂ ਅਸੀਂ ਵਰਤਦੇ ਹਾਂ। ਸੋ ਬਹੁਤ ਸਾਰੇ ਭਾਵੰਸ਼ ਹੋ ਗਏ, ਬਹੁਤ ਸਾਰੇ ਵਧੇਤਰ ਹੋ ਗਏ, ਕਿਰਿਆਵਾਂ ਹੋ ਗਈਆਂ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਭਾਸ਼ਾ ਅਤੇ ਉਪਭਾਸ਼ਾ ਦੀਆਂ ਬਿਲਕੁਲ ਇੱਕੋ ਜਿਹੀਆਂ ਹੁੰਦੀਆਂ ਹੈ। ਨੈਕਸਟ ਪੁਆਇੰਟ ਹੈ ਦੋਵਾਂ ਦੀ ਵਾਕ ਬਣਤਰ ਆਮ ਤੌਰ 'ਤੇ ਸਾਂਝੀ ਹੁੰਦੀ ਹੈ। ਜਿਵੇਂ ਪੰਜਾਬੀ ਦੇ ਵਿੱਚ ਵਾਕ ਬਣਤਰ ਕਰਤਾ, ਕਰਮ, ਕਿਰਿਆ, ਉਹ ਸਕੂਲ ਜਾਂਦਾ ਹੈ। ਕਰਤਾ, ਕਰਮ, ਕਿਰਿਆ ਇੱਕ ਵਾਕ ਬਣਤਰ ਹੈ ਜੋ ਪੰਜਾਬੀ ਨੇ ਅਪਣਾਈ ਹੋਈ ਆ। ਇੰਗਲਿਸ਼ ਦੇ ਵਿੱਚ ਕਰਤਾ, ਕਿਰਿਆ, ਕਰਮ ਵਾਕ ਬਣਤਰ ਹੈ, ਪਰ ਪੰਜਾਬੀ ਦੇ ਵਿੱਚ ਔਰ ਉਪਭਾਸ਼ਾਵਾਂ ਜਿਹੜੀਆਂ ਬੋਲੀਆਂ ਜਾਂਦੀਆਂ ਇਹਨਾਂ ਦੀ ਭਾਸ਼ਾ ਅਤੇ ਉਪਭਾਸ਼ਾ ਦੀਆਂ ਵਾਕ ਬਣਤਰ ਜਿਹੜੀ ਉਹ ਬਿਲਕੁਲ ਸੇਮ ਹੁੰਦੀ ਆ। ਅੱਗੇ ਹੈ ਜੀ ਅਸਮਾਨਤਾਵਾਂ, ਕਿ ਇਹਨਾਂ ਦੋਨਾਂ ਦੇ ਵਿੱਚ ਫ਼ਰਕ ਕੀ ਹੈਗਾ। ਫ਼ਰਕ ਸਭ ਤੋਂ ਪਹਿਲੀ ਚੀਜ਼ ਹੈ ਕਿ ਭਾਸ਼ਾ ਉਪਭਾਸ਼ਾ ਨਾਲੋਂ ਵੱਡੇ ਆਕਾਰ ਵਿੱਚ ਪ੍ਰਚਲਿਤ ਹੁੰਦੀ ਹੈ। ਭਾਵ ਭਾਸ਼ਾ ਵਿੱਚ ਭਾਸ਼ਾਈ ਅੰਸ਼ਾਂ ਦੀ ਅਧਿਕਤਾ ਹੁੰਦੀ ਆ ਅਤੇ ਉਪਭਾਸ਼ਾ ਦਾ ਭਾਸ਼ਾਈ ਸਰਮਾਇਆ ਥੋੜ੍ਹਾ ਹੁੰਦਾ ਹੈ। ਉਪਭਾਸ਼ਾ ਜਿਹੜੀ ਹੈਗੀ ਆ ਉਹਦੇ ਕੋਲ ਜਿਹੜੀ ਭਾਸ਼ਾਈ ਸਰਮਾਇਆ ਨਾ ਕਿਤੇ ਘੱਟ ਹੁੰਦਾ ਹੈ, ਪਰ ਭਾਸ਼ਾ ਵੱਡੇ ਆਕਾਰ ਵਿੱਚ ਪ੍ਰਚਲਿਤ ਹੁੰਦੀ ਹੈ ਅਤੇ ਇਹਦੇ ਵਿੱਚ ਜਿਹੜੇ ਭਾਸ਼ਾਈ ਅੰਸ਼ ਨੇ ਉਹ ਵੀ ਵੱਡੇ ਆਕਾਰ ਵਿੱਚ ਹੀ ਸਾਨੂੰ ਅਧਿਕ ਰੂਪ ਦੇ ਵਿੱਚ ਸਾਨੂੰ ਮਿਲਦੇ ਆ। ਨੈਕਸਟ ਹੈ ਭਾਸ਼ਾ ਰਾਜ ਭਾਸ਼ਾ ਹੁੰਦੀ ਹੈ। ਇਸ ਵਿੱਚ ਸਾਰੇ ਦਫ਼ਤਰੀ ਰਾਜਸੀ ਕੰਮਕਾਜ ਹੁੰਦੇ। ਸਮਾਜਿਕ, ਰਾਜਸੀ, ਰਾਜਨੀਤਿਕ, ਦਫ਼ਤਰੀ ਪੱਧਰ ਦੇ ਉੱਤੇ ਜਿਹੜੀ ਭਾਸ਼ਾ ਅਪਣਾਈ ਗਈ ਹੈ, ਜਿਹੜੀ ਰਾਜ ਭਾਸ਼ਾ ਹੈ ਉਹ ਪੰਜਾਬੀ ਹੈ। ਪਰ ਉਪਭਾਸ਼ਾ ਸਿਰਫ ਬੋਲਚਾਲ ਤੱਕ ਸੀਮਤ ਹੁੰਦੀ ਹੈ। ਠੀਕ ਹੈ, ਭਾਸ਼ਾ ਜਿਹੜੀ ਉਹਨੂੰ ਅਸੀਂ ਰਾਜਸੀ, ਦਫ਼ਤਰੀ ਕੰਮਕਾਜ ਦੇ ਲਈ ਲਿਖਤੀ ਪੱਧਰ 'ਤੇ ਵਰਤਦੇ ਹਾਂ। ਉਪਭਾਸ਼ਾ ਸਿਰਫ ਬੋਲਚਾਲ ਤੱਕ ਸੀਮਤ ਹੁੰਦੀ ਹੈ। ਰਾਜ ਭਾਸ਼ਾ ਦਾ ਖੇਤਰ ਕਿਤੇ ਨਾ ਕਿਤੇ ਵਿਸ਼ਾਲ ਹੁੰਦਾ ਹੈ। ਜਿਵੇਂ ਕੇਂਦਰੀ ਪੰਜਾਬੀ ਪੰਜਾਬ ਤੋਂ ਬਾਹਰ ਵੀ ਕਈ ਥਾਵਾਂ 'ਤੇ ਬੋਲੀ ਜਾਂਦੀ ਹੈ, ਜਦਕਿ ਉਪਭਾਸ਼ਾ ਵਿਸ਼ੇਸ਼ ਭੂਗੋਲਿਕ ਖਿੱਤੇ ਤੱਕ ਹੀ ਸੀਮਤ ਹੁੰਦੀ ਹੈ। ਉਦਾਹਰਨ ਵਜੋਂ ਜਿਹੜਾ ਭਾਸ਼ਾ ਦਾ ਖੇਤਰ ਆ ਨਾ, ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਅਤੇ ਬਹੁਤ ਵੱਡੇ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ, ਜਦਕਿ ਜਿਹੜੀ ਉਪਭਾਸ਼ਾ ਆ ਉਹ ਸਥਾਨਕ ਪੱਧਰ ਦੇ ਉੱਤੇ ਬੋਲੀ ਜਾਂਦੀ ਹੈ। ਸੋ ਭੂਗੋਲਿਕ ਖਿੱਤੇ ਦੀ ਇੱਕ ਸੀਮਾ ਹੁੰਦੀ ਹੈ। ਜੇ ਮੈਂ ਮਾਝੇ ਦੀ ਗੱਲ ਕਰਾਂ ਤਾਂ ਅੰਮ੍ਰਿਤਸਰ, ਗੁਰਦਾਸਪੁਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮਾਝੀ ਬੋਲੀ ਜਾਂਦੀ ਹੈ, ਉਹਨਾਂ ਦਾ ਖੇਤਰ ਸੀਮਤ ਹੈ। ਪਰ ਪੰਜਾਬੀ ਤਾਂ ਪੂਰੇ ਪੰਜਾਬ ਵਿੱਚ ਬੋਲੀ ਜਾਂਦੀ ਹੈ, ਉਸ ਖੇਤਰ ਉਹਦਾ ਜ਼ਿਆਦਾ ਵਿਸ਼ਾਲ ਹੋ ਗਿਆ।
ਨੈਕਸਟ ਪੁਆਇੰਟ ਹੈ, ਇੱਕ ਭਾਸ਼ਾ ਵਿੱਚ ਕਈ ਉਪਭਾਸ਼ਾਵਾਂ ਹੋ ਸਕਦੀਆਂ ਹਨ, ਜਿਵੇਂ ਪੰਜਾਬੀ ਦੇ ਵਿੱਚ ਮਾਝੀ, ਮਲਵਈ, ਦੁਆਬੀ, ਪੁਆਧੀ ਆਦਿ ਕਈ ਉਪਭਾਸ਼ਾਵਾਂ ਮਿਲਦੀਆਂ ਨੇ। ਲਾਸਟ ਪੁਆਇੰਟ ਹੈ ਜੀ, ਭਾਸ਼ਾ ਸਦੀਵੀ ਹੁੰਦੀ ਹੈ, ਜਦ ਕਿ ਉਪਭਾਸ਼ਾ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ। ਜਿਹੜੀ ਭਾਸ਼ਾ ਆ ਉਹਦੇ ਵਿੱਚ ਕੋਈ ਸਾਨੂੰ ਪਰਿਵਰਤਨ ਵੇਖਣ ਨੂੰ ਬਹੁਤ ਘੱਟ ਮਿਲਦੇ ਆ। ਜਿਹੜੀ ਚੀਜ਼ ਲਿਖਤੀ ਹੁੰਦੀ ਆ ਉਹਦੇ ਵਿੱਚ ਪਰਿਵਰਤਨ ਦੀ ਸੰਭਾਵਨਾ ਘੱਟ ਜਾਂਦੀ ਹੈ। ਜੇ ਗੁਰਬਾਣੀ ਦੀ ਗੱਲ ਕਰਾਂ, ਮੰਤਰਾਂ ਦੀ ਗੱਲ ਕਰਾਂ, ਜੋ ਸਾਡੇ ਕੋਲ ਲਿਖਤੀ ਤੌਰ 'ਤੇ ਜਿਹੜਾ ਸਰਮਾਇਆ ਸਾਡੇ ਤੱਕ ਪਹੁੰਚਿਆ ਉਹ ਸਦੀਵੀ ਆ, ਉਹਦੇ 'ਚ ਪਰਿਵਰਤਨ ਦੀ ਸੰਭਾਵਨਾ ਨਹੀਂ ਹੁੰਦੀ। ਪਰ ਜਿਹੜੀ ਉਪਭਾਸ਼ਾ ਆ, ਜਿਹੜੀ ਬੋਲਚਾਲ ਤੱਕ ਸੀਮਤ ਹੈ, ਬੋਲਚਾਲ ਦੇ ਵਿੱਚ ਪਰਿਵਰਤਨ ਝੱਟ ਆ ਜਾਂਦਾ। ਇੱਕ ਮੈਸੇਜ ਕਿਤੇ ਦੂਸਰੀ ਥਾਂ 'ਤੇ ਪਹੁੰਚਾਉਣਾ ਹੋਵੇ ਤਾਂ ਉਹ ਮੈਸੇਜ ਉਸੇ ਰੂਪ ਵਿੱਚ ਵੀ ਜਾ ਸਕਦਾ, ਜਦ ਕਿ ਉਹ ਤੋਂ ਬਦਲ ਕੇ ਵੀ ਜਾ ਸਕਦਾ, ਅਤੇ ਜੋ ਲਿਖ ਕੇ ਭੇਜੋਗੇ ਉਹ ਐਜ਼ ਇਟ ਇਜ਼ ਹੀ ਚਲਾ ਜਾਏਗਾ। ਸੋ ਭਾਸ਼ਾ ਜਿਹੜੀ ਆ ਉਹ ਸਦੀਵੀ ਹੁੰਦੀ ਆ, ਉਪਭਾਸ਼ਾ ਦੇ ਵਿੱਚ ਪਰਿਵਰਤਨ ਆਉਂਦੇ ਨੇ ਕਿਉਂਕਿ ਇਹ ਬੋਲਚਾਲ ਦੇ ਨਾਲ ਸੰਬੰਧ ਰੱਖਦੀ ਹੈ। ਔਰ ਹੁਣ ਇਹਦੇ ਵਿੱਚ ਕੁਛ ਡਾਇਗਰਾਮ ਦੇ ਰਾਹੀਂ ਕੁਝ ਕਲੈਰਿਟੀ ਜ਼ਿਆਦਾ ਹੁੰਦੀ ਆ ਕਿ ਭਾਸ਼ਾ ਜਿਹੜੀ ਆ ਉਹਦੇ ਵਿੱਚ ਸਾਹਿਤ ਲਿਖਿਆ ਜਾਂਦਾ, ਇਹ ਲਿਖਤੀ ਰੂਪ ਹੈ, ਵਿਸ਼ਾਲ ਖੇਤਰ ਵਿੱਚ ਬੋਲੀ ਜਾਂਦੀ ਹੈ ਅਤੇ ਸਥਿਰ ਰੂਪ ਆ। ਉਪਭਾਸ਼ਾ ਜਿਹੜੀ ਇਹਦੇ ਵਿੱਚ ਸਾਹਿਤ ਦੀ ਬਹੁਤ ਘੱਟ ਮਾਤਰਾ ਮਿਲਦੀ ਆ, ਠੀਕ ਹੈ, ਬਹੁਤ ਘੱਟ ਸਾਹਿਤ ਇਹਦੇ ਵਿੱਚ ਲਿਖਿਆ ਜਾਂਦਾ। ਔਰ ਉਪਭਾਸ਼ਾ ਬੋਲਚਾਲ ਦਾ ਰੂਪ ਹੈ, ਅਸਥਿਰ ਆ, ਜਿਹੜਾ ਕਿ ਚੇਂਜ ਹੋ ਸਕਦਾ, ਔਰ ਸੀਮਤ ਖੇਤਰ ਵਿੱਚ ਉਪਭਾਸ਼ਾ ਬੋਲੀ ਜਾਂਦੀ ਹੈ। ਆਸ ਕਰਦੀ ਹਾਂ ਕਿ ਇਸ ਲੈਕਚਰ ਦੇ ਰਾਹੀਂ ਤੁਹਾਨੂੰ ਭਾਸ਼ਾ ਅਤੇ ਉਪਭਾਸ਼ਾ ਵਾਲਾ ਟੌਪਿਕ ਜਿਹੜਾ ਬਿਲਕੁਲ ਕਲੀਅਰ ਹੋਇਆ ਹੋਵੇਗਾ। ਥੈਂਕ ਯੂ, ਧੰਨਵਾਦ।